हाँ जी किसान ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਵਾਗਤ ਆ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ। ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ। 2-3 ਦਿਨਾਂ 'ਚ ਕਿਸਾਨ ਵੀਰਾਂ ਦੇ ਸਵਾਲ ਆਏ ਕਿ ਜਿਹੜਾ ਆਪਾਂ 10 ਤਰੀਕ ਤੋਂ ਕੱਦੂ ਕਰਕੇ ਝੋਨਾ ਲਾਉਣਾ ਸ਼ੁਰੂ ਕਰਨਾ, ਕਿ ਉਹਦੇ ਵਿੱਚ ਜਿਹੜੀਆਂ ਆਪਾਂ ਥੱਲੇ ਅਸੀਂ ਖਾਦਾਂ ਪਾ ਰਹੇ ਹਾਂ ਉਹਦੇ ਬਾਰੇ ਸਵਾਲ ਸੀਗੇ ਕਿ ਉਹਦੇ ਨਾਲ ਅਸੀਂ ਜਿਹੜਾ ਹੈਗਾ ਲੋਹਾ ਤੱਤ, ਕਿਸਾਨ ਵੀਰਾਂ ਨੇ ਪੁੱਛਿਆ ਕਿ ਲੋਹਾ ਤੱਤ 5 ਕਿਲੋ, ਕੋਈ 10 ਕਿਲੋ ਕਹਿੰਦਾ ਵੀ ਇੰਨਾ ਲੋਹਾ ਤੱਤ ਥੱਲੇ ਪਾ ਦਈਏ, ਉਹਦਾ ਕੀ ਫਾਇਦਾ ਹੋਊਗਾ। ਸੋ ਉਹਦੇ ਬਾਰੇ ਇੱਕ ਤਾਂ ਸ਼ੰਕੇ ਨਿਵਰਤ ਕਰਾਂਗੇ। ਦੂਜਾ, ਜਿਹੜਾ ਕੱਦੂ ਕਰਨ ਸਮੇਂ ਜਾਂ ਕੱਦੂ ਕਰਨ ਤੋਂ ਪਹਿਲਾਂ ਜਿਹੜੀਆਂ ਆਪਾਂ ਖਾਦਾਂ ਝੋਨੇ ਦੇ ਵਿੱਚ ਪਾਉਣੀਆਂ, ਕਿਹੜੀਆਂ ਪਾ ਸਕਦੇ ਹਾਂ, ਕਿੰਨੀ ਉਹਦੀ ਡੋਜ਼ ਪਾਉਣੀ ਹੈ, ਅਤੇ ਜਿਹੜੀਆਂ ਹੈਗੀਆਂ ਉਦੋਂ ਬਾਅਦ ਜਿਹੜਾ ਜਦੋਂ ਆਪਾਂ ਝੋਨਾ ਲਾਤਾ, ਪਨੀਰੀ ਪੁੱਟ ਕੇ ਲਾਤੀ, ਉਦੋਂ ਬਾਅਦ ਆਪਾਂ ਕਿੰਨੀ ਡੋਜ਼ ਵਿੱਚ ਜਿਹੜੀ ਖਾਦ ਪਾ ਸਕਦੇ ਹਾਂ। ਇਹ ਜਿਹੜੀ ਸ਼ੁਰੂਆਤੀ ਆਪਣੀ ਵੀਡੀਓ ਹੈਗੀ ਹੈ ਝੋਨਾ ਲਾਉਣ ਤੋਂ ਪਹਿਲਾਂ ਦੀ ਤੁਹਾਨੂੰ ਮੈਂ ਦੱਸਦਾ, ਕਿਉਂਕਿ 10 ਤਰੀਕ ਤੋਂ ਜਿਹੜੀ ਲਵਾਈ ਸ਼ੁਰੂ ਹੋ ਜਾਣੀ ਹੈ ਕੱਦੂ ਕਰਕੇ ਜਿਹੜਾ ਝੋਨਾ ਲਾਉਣਾ ਕਿਸਾਨ ਵੀਰਾਂ ਨੇ, ਉਹਦੇ ਬਾਰੇ ਡਿਟੇਲ 'ਚ ਆਪਾਂ ਜਾਣਕਾਰੀ ਸਾਂਝੀ ਕਰਾਂਗੇ। ਕਿਹੜੀਆਂ ਖਾਦਾਂ ਕਿੰਨੀ ਮਾਤਰਾ 'ਚ ਪਾਉਣੀਆਂ, ਕਿਹੜੀ ਦੀ ਜ਼ਰੂਰਤ ਨਹੀਂ, ਕਿਹੜੀ ਆਪਾਂ ਲੋੜ ਅਨੁਸਾਰ ਪਾਉਣੀ ਆ। ਸੋ ਜਿਹੜੇ ਨਵੇਂ ਕਿਸਾਨ ਵੀਰ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰ ਲਓ, ਨਾਲ ਹੀ ਬੈਲ ਵਾਲਾ ਬਟਨ ਦਬਾ ਲਓ ਤਾਂ ਕਿ ਹਰ ਇੱਕ ਨਵੀਂ ਵੀਡੀਓ, ਨਵੀਂ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੇ। ਸੋ ਕਿਸਾਨ ਵੀਰੋ, ਜਿਹੜਾ 10 ਜੂਨ ਤੋਂ ਜਿਹੜੀ ਲਵਾਈ ਦੀ ਤਰੀਕ ਹੈਗੀ, ਕਿਸਾਨ ਵੀਰਾਂ ਨੇ ਜਿਹੜਾ ਝੋਨਾ ਕੱਦੂ ਵਾਲਾ ਲਾਉਣਾ ਸ਼ੁਰੂ ਕਰ ਦੇਣਾ। ਪਨੀਰੀ ਪੁੱਟ ਕੇ ਖੇਤਾਂ ਦੇ ਵਿੱਚੋਂ ਪਨੀਰੀ ਦੀ ਜਿਹੜੀ ਹੈਗੀ ਗਰੋਥ ਬਾਰੇ ਜਿਹੜੇ ਪਹਿਲਾਂ ਮੈਂ ਤੁਹਾਡੇ ਨਾਲ ਜਿਹੜੀਆਂ ਵੀਡੀਓ ਸਾਂਝੀਆਂ ਕਰ ਚੁੱਕਿਆ, ਕਈ ਥਾਵਾਂ 'ਤੇ ਜਿੰਕ ਦੀ, ਲੋਹਾ ਤੱਤ ਦੀ ਜਾਂ ਹੋਰ ਜੋ ਵੀ ਘੱਟ ਆਉਂਦੀਆਂ। ਜਿਹੜੇ ਆਪਾਂ ਕੱਦੂ ਕਰਕੇ ਝੋਨਾ ਲਾਉਣਾ ਉਹਦੇ ਵਿੱਚ ਕਿਸਾਨ ਵੀਰੋ 2-3 ਸਵਾਲ ਜਿਹੜੇ ਪਹਿਲਾਂ ਹੈਗੇ ਆ ਉਹ ਤੁਹਾਡੇ ਨੂੰ ਦੱਸਦਾ ਕਿ ਇੱਕ ਤਾਂ ਜਿਹੜੇ ਕਿਸਾਨ ਵੀਰਾਂ ਨੇ ਹਰੀ ਖਾਦ, ਜੰਤਰ ਦੀ ਖਾਦ ਜਿਹੜੀ ਹੈਗੀ ਆ, ਜਿਹੜੇ 6 ਤੋਂ 8 ਹਫ਼ਤੇ ਦੀ ਖਾਦ ਆਪਾਂ ਮਤਲਬ ਕਿ 45 ਤੋਂ 55 ਦਿਨ ਦਾ ਜਦੋਂ ਜੰਤਰ ਆਪਾਂ ਖੇਤ ਦੇ ਵਿੱਚ ਵਾਹੁੰਦੇ ਹਾਂ, ਉਹਦੇ ਵਿੱਚ ਆਪਣੀ ਜਿਹੜੀ ਹੈਗੀ ਤਕਰੀਬਨ 50 ਕਿਲੋ ਯੂਰੀਆ ਆਪਾਂ ਨੂੰ ਘੱਟ ਪਾਉਣ ਦੀ ਜ਼ਰੂਰਤ ਪੈਂਦੀ ਹੈ। ਬੜੇ ਵਧੀਆ ਉਹਦੇ ਵਿੱਚੋਂ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼, ਹੋਰ ਛੋਟੇ ਤੱਤ ਜਿਹੜੇ ਹਰੀ ਖਾਦ 'ਚੋਂ ਮਿਲਦੇ ਆ ਅਤੇ ਜ਼ਮੀਨ ਦੀ ਹਾਲਤ ਵੀ ਸੁਧਾਰਦੀ ਹੈ। ਦੂਜੇ ਨੰਬਰ 'ਤੇ ਜਿਹੜੇ ਕਿਸਾਨ ਵੀਰ ਰੂੜੀ ਦੀ ਖਾਦ ਪਾਉਂਦੇ ਆ, 2 ਟਰਾਲੀਆਂ ਜੇ ਪਾਉਂਦੇ ਆ ਤਾਂ 6 ਟਨ, ਤਾਂ ਉਹਦੇ ਵਿੱਚ ਆਪਣੀ ਜਿਹੜੀ ਹੈਗੀ ਆ 35 ਕਿਲੋ ਤਕਰੀਬਨ ਜਿਹੜੀ ਯੂਰੀਆ ਖਾਦ ਦੀ ਬਚਤ ਹੁੰਦੀ ਹੈ। ਜੇ ਵੱਧ ਪਾਈਆਂ ਤਾਂ ਆਪਾਂ ਡੋਜ਼ ਜਿਹੜੀ ਹੋਰ ਘਟਾ ਸਕਦੇ ਹਾਂ ਯੂਰੀਆ ਦੀ। ਰੂੜੀ ਦੀ ਖਾਦ ਜਿਹੜੀ ਝੋਨਾ ਕੱਦੂ ਕਰਨ ਤੋਂ ਘੱਟੋ ਘੱਟ 20-25 ਦਿਨ ਪਹਿਲਾਂ ਪਾਈ ਹੋਵੇ, ਉਹਦੇ ਵਿੱਚ ਆਪਾਂ ਮਿਕਸ ਕਰਕੇ ਵਾਹ ਕੇ ਜ਼ਮੀਨ ਨੂੰ ਪਾਣੀ ਲਾਇਆ ਹੋਵੇ ਤਾਂ ਫਿਰ ਆਪਾਂ ਵਧੀਆ ਰਿਜ਼ਲਟ ਲੈਂਦੇ। ਜੇ ਮੌਕੇ 'ਤੇ ਆਪਾਂ ਰੂੜੀ ਖਾਦ ਪਾਉਂਦੇ ਆ ਤਾਂ ਉਹਦੇ ਵਿੱਚ ਕਈ ਵਾਰੀ ਹੁੰਦਾ ਹੈ ਕਿ ਸ਼ੁਰੂਆਤ ਦੇ ਵਿੱਚ ਜਿਹੜੀ ਨਾਈਟ੍ਰੋਜਨ ਦੀ ਹੋਰ ਘਾਟ ਆ ਜਾਂਦੀ ਹੈ, ਕਿਉਂਕਿ CN ਰੇਸ਼ੋ ਜਿਹੜੀ ਇੰਬੈਲੈਂਸ ਹੋ ਜਾਂਦੀ ਹੈ। ਸੋ ਜਿਹੜੀ ਰੂੜੀ ਦੀ ਖਾਦ ਆ ਉਹ ਪਹਿਲਾਂ ਪਾਉਣੀ 15-20 ਦਿਨ ਪਹਿਲਾਂ। ਜਿਹੜੇ ਕਿਸਾਨ ਵੀਰ ਮੁਰਗੀਆਂ ਦੀ ਖਾਦ ਖੇਤ ਦੇ ਵਿੱਚ ਮੰਨ ਲਓ 2-2.5 ਟਨ 25 ਕੁਇੰਟਲ ਤਾਈਂ ਮੁਰਗੀਆਂ ਦੀ ਖਾਦ ਪਾਉਂਦੇ ਪ੍ਰਤੀ ਏਕੜ, ਉੱਥੇ ਵੀ ਆਪਣੀ 50-55 ਕਿਲੋ ਯੂਰੀਆ ਪ੍ਰਤੀ ਏਕੜ ਦੀ ਬਚਤ ਹੁੰਦੀ ਹੈ ਅਤੇ ਹੋਰ ਤੱਤ ਵੀ ਨਾਈਟ੍ਰੋਜਨ ਤੋਂ ਇਲਾਵਾ ਮਿਲਦੇ ਨੇ। ਇਹ ਆਪਣੀਆਂ ਜਿਹੜੀਆਂ ਹੈਗੀਆਂ ਕਿ ਜਿਹੜੇ ਕਿਸਾਨ ਵੀਰ ਕੋਈ ਹਰੀ ਖਾਦ ਜਾਂ ਰੂੜੀ ਦੀ ਖਾਦ, ਜਾਂ ਜੇ ਤੁਸੀਂ ਫਲੀਆਂ ਤੋੜ ਕੇ ਮੂੰਗੀ ਦੇ ਜਿਹੜੇ ਹੈਗੇ ਆ ਬੂਟੇ ਵਿੱਚ ਵਾਹੇ ਆ, ਮੂੰਗੀ ਦੀ ਫਸਲ ਵਿੱਚ ਵਾਹੀ ਆ, ਤਾਂ ਤੁਸੀਂ ਉਹ ਵੀ ਜਿਹੜੀ 30-35 ਕਿਲੋ ਯੂਰੀਆ ਦੀ ਆਪਣੇ ਬਚਤ ਹੁੰਦੀ ਹੈ। ਫਿਰ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਕੱਦੂ ਕਰਨ ਵਾਸਤੇ ਜਿਹੜਾ ਖੇਤ ਤਿਆਰ ਕਰਨਾ ਕਿਸਾਨ ਵੀਰੋ, ਜਿਸ ਤਰ੍ਹਾਂ ਸਿੱਧੀ ਬਿਜਾਈ ਵਿੱਚ ਤੁਸੀਂ ਲੇਜ਼ਰ ਲੈਵਲਿੰਗ ਕੀਤੀ ਹੈ, ਦੂਜੇ-ਤੀਜੇ ਸਾਲ ਕੱਦੂ ਕਰਕੇ ਜਿਹੜਾ ਝੋਨਾ ਲਾਉਣੇ ਉਹਦੇ ਵਿੱਚ ਵੀ ਲੇਜ਼ਰ ਲੈਵਲਿੰਗ ਬਹੁਤ ਜ਼ਰੂਰੀ ਹੈ। ਖੇਤ ਇਕਸਾਰ ਪੱਧਰ ਚਾਹੀਦਾ। ਉਹਦੇ ਵਿੱਚ ਇੱਕ ਤਾਂ ਹੈ ਕਿ ਪਾਣੀ ਦੀ ਆਪਣੀ ਬਚਤ, ਇਕਸਾਰ ਪਾਣੀ ਲੱਗਦਾ, ਉੱਚਾ ਨੀਵਾਂ ਵਾਹਣ ਨਹੀਂ ਰਹਿੰਦਾ। ਦੂਜੇ ਨੰਬਰ 'ਤੇ ਜਿਹੜੀ ਆਪਾਂ ਪਨੀਰੀ ਲਾਉਣੀ, ਜਿਹੜੀ ਆਪਾਂ ਕਹਿੰਦੇ ਹੁੰਦੇ ਪਨੀਰੀ ਆਪਾਂ ਜਿੰਨੀ ਛੋਟੀ ਲਾਵਾਂਗੇ ਉਨਾ ਫਟਾਰਾ ਕਰੂਗੀ। ਪਨੀਰੀ, ਛੋਟੀ ਪਨੀਰੀ ਲਾਉਣ ਦੇ ਵਿੱਚ ਜੇ ਲੇਜ਼ਰ ਲੈਵਲਿੰਗ ਕੀਤੀ ਹੈ, ਇਕਸਾਰ ਪੱਧਰਾ ਖੇਤ ਹੈ, ਛੋਟੀ ਪਨੀਰੀ ਵਧੀਆ ਢੰਗ ਨਾਲ ਇਕਸਾਰ ਲੱਗਦੀ ਹੈ, ਉਹਦੀ ਗਰੋਥ ਆ ਜਿਹੜੀ ਉਹ ਜਿਹੜੀ ਹੈਗੀ ਚੱਲਣਾ ਵੀ, ਫਟਾਰਾ ਵੀ ਕਰਨਾ ਜਲਦੀ ਸ਼ੁਰੂ ਕਰਦੀ ਹੈ, ਵਧੀਆ ਫਟਾਰਾ ਹੁੰਦਾ। ਸੋ ਲੇਜ਼ਰ ਲੈਵਲਿੰਗ ਖੇਤ ਕਰਨਾ ਬੜਾ ਜ਼ਰੂਰੀ ਹੈ। ਫਿਰ ਆਪਾਂ ਜੇ ਗੱਲ ਕਰੀਏ ਕਿ ਕੱਦੂ ਕਰਨ ਤੋਂ ਪਹਿਲਾਂ ਆਪਾਂ ਜਿਹੜੀ ਖਾਦ ਪਾਉਣੀ ਆ, ਜੇ ਤਾਂ ਪਿਛਲੇ ਸਾਲਾਂ ਦੇ ਵਿੱਚ ਜੇ ਆਪਾਂ ਫਾਸਫੋਰਸ ਖਾਦ ਦੀ ਗੱਲ ਕਰੀਏ, DAP ਤੁਸੀਂ ਕਣਕ ਦੀ ਫਸਲ ਨੂੰ ਪਾਈ ਹੋਈ ਹੈ ਤਾਂ DAP ਖਾਦ ਦੀ ਬਿਲਕੁਲ ਵਰਤੋਂ ਨਹੀਂ ਕਰਨੀ ਗੀ ਝੋਨੇ ਦੀ ਫਸਲ ਦੇ ਵਿੱਚ। ਇਹਦੇ ਬਾਰੇ ਪਹਿਲਾਂ ਬੜੀਆਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਚੁੱਕੇ ਹਾਂ ਕਿ ਫਾਸਫੋਰਸ ਤੱਤ ਆ ਜਿਹੜਾ ਆਪਾਂ DAP ਆ ਉਹ ਕਣਕ ਨੂੰ ਪਾਉਣੀ, ਝੋਨੇ ਨੂੰ ਨਹੀਂ ਪਾਉਣੀ। ਜਿਹੜੀ ਕਣਕ ਵਿੱਚ ਆਪਾਂ DAP ਖਾਦ ਪਾਈ ਹੁੰਦੀ ਉਹਦਾ ਹੀ ਜਿਹੜਾ ਹੈਗਾ ਕੁਛ ਹਿੱਸਾ ਝੋਨੇ ਨੂੰ ਮਿਲਦਾ, ਕਿਉਂਕਿ ਸਾਰੀ ਖਾਦ ਉਹ ਜਿਹੜੀ ਹੈਗੀ ਆ DAP ਕਣਕ ਦੀ ਫਸਲ ਨਹੀਂ ਵਰਤਦੀ। ਕਈ ਥਾਵਾਂ 'ਤੇ ਕਿਸਾਨ ਵੀਰਾਂ ਦੇ ਸਵਾਲ ਆ ਕਿ ਮਿੱਟੀ, ਜ਼ਮੀਨ ਦੀ ਜਿਹੜੀ ਕੰਡੀਸ਼ਨ ਕੋਈ ਠੀਕ ਨਹੀਂ ਹੁੰਦੀ, ਜਿਹਦੇ ਵਿੱਚ ਪਾਣੀ ਕਈ ਵਾਰੀ ਨਹੀਂ ਰਿਸਦਾ ਚੰਗੀ ਤਰ੍ਹਾਂ, ਪਾਣੀ ਜ਼ਿਆਦਾ ਖੜ੍ਹ ਜਾਂਦਾ, ਪਾਣੀ ਜੀਰਦਾ ਨਹੀਂ ਬਿਲਕੁਲ, ਇੱਕ ਵਾਰੀ ਪਾਣੀ ਲਾਤਾ ਖੜਾ ਰਹਿੰਦਾ, ਉੱਥੇ ਸਮੱਸਿਆ ਆਉਂਦੀ। ਸੋਇਲ ਕੰਡੀਸ਼ਨਿੰਗ ਦਾ ਫਰਕ ਹੈ, ਤਾਂ ਉੱਥੇ ਤੁਸੀਂ ਜਿਹੜਾ ਹੈਗਾ ਸਿੰਗਲ ਸੁਪਰ ਫਾਸਫੇਟ ਦੀ ਵਰਤੋਂ ਕਰ ਸਕਦੇ ਆ ਜਾਂ ਜਿਪਸਮ ਦੀ ਵਰਤੋਂ ਕਰ ਸਕਦੇ। ਸਿੰਗਲ ਸੁਪਰ ਫਾਸਫੇਟ ਤੁਸੀਂ ਪਾਓ ਤਾਂ ਉਹਦੇ ਵਿੱਚ ਆਪਾਂ ਨੂੰ ਵਧੀਆ ਜਿਹੜਾ ਹੈਗਾ ਕੈਲਸ਼ੀਅਮ, ਸਲਫਰ ਨਾਲ ਥੋੜ੍ਹਾ ਫਾਸਫੋਰਸ ਤੱਤ ਵੀ ਮਿਲ ਜਾਂਦਾ।
ਮਤਲਬ ਡਬਲ ਫਾਇਦਾ ਆਪਣਾ ਹੋ ਜਾਂਦਾ ਹੈਗਾ ਜੇ ਆਪਾਂ ਉਹੀ ਜਿਪਸਮ ਦੀ ਜਗ੍ਹਾ 'ਤੇ ਇਹ ਪਾਉਣੇ ਆ। ਤੁਸੀਂ 1.5 ਗੱਟਾ ਸਿੰਗਲ ਸੁਪਰ ਫਾਸਫੇਟ ਜਿਹੜੀ ਹੈਗੀ ਕੱਦੂ ਕਰਨ ਤੋਂ ਪਹਿਲਾਂ ਖੇਤ ਦੇ ਵਿੱਚ ਪਾ ਸਕਦੇ ਹੋ। ਫਿਰ ਮਿਊਰੇਟ ਆਫ ਪੋਟਾਸ਼, ਜਿਹੜੀ ਪੋਟਾਸ਼ ਤੱਤ ਹੈ, ਵੈਸੇ ਤਾਂ ਜਿਹੜਾ ਫਾਸਫੋਰਸ ਅਤੇ ਪੋਟਾਸ਼ ਆਪਾਂ ਜਿਹੜਾ ਮਿੱਟੀ ਪਰਖ ਦੇ ਆਧਾਰ 'ਤੇ ਪਾਉਣਾ। ਜੇ ਤੁਸੀਂ ਮਿੱਟੀ ਪਰਖ ਨਹੀਂ ਕਰਾਈ, ਪੋਟਾਸ਼ ਤੱਤ ਤੁਸੀਂ ਪਿਛਲੇ ਸਾਲਾਂ ਦੇ ਵਿੱਚ ਨਹੀਂ ਫਸਲ ਨੂੰ ਪਾ ਰਹੇ, 15 ਤੋਂ 20 ਕਿਲੋ ਮਿਊਰੇਟ ਆਫ ਪੋਟਾਸ਼ ਤੁਸੀਂ ਪ੍ਰਤੀ ਏਕੜ ਦੇ ਹਿਸਾਬ ਨਾਲ ਛੱਟਾ ਦੇ ਸਕਦੇ ਹੋ। ਅਤੇ ਪੋਟਾਸ਼ ਬਾਰੇ ਮੈਂ ਡਿਟੇਲ 'ਚ ਵੀਡੀਓ ਕਿ ਇਹਦੇ ਕੀ ਫਾਇਦੇ, ਕੀ ਇਹਦਾ ਕੰਮ ਹੈਗਾ ਫਸਲ ਦੇ ਵਿੱਚ, ਕਿਸ ਤਰ੍ਹਾਂ ਫਾਇਦਾ ਕਰਦੀ ਆਪਣਾ। ਮਗਰੋਂ ਆ ਕੇ ਜਿਹੜਾ ਫਸਲ ਬਹਿ ਜਾਂਦੀ, ਕਈ ਵਾਰੀ ਕੋਈ ਸਮੱਸਿਆ ਆ ਜਾਂਦੀ ਹੈਗੀ ਹੈ, ਕੋਈ ਬਿਮਾਰੀਆਂ ਦੀ ਸਮੱਸਿਆ, ਜ਼ਮੀਨ ਦੇ ਵਿੱਚ ਫੰਗਸ ਦੀ ਕੋਈ ਸਮੱਸਿਆ ਹੈਗੀ ਹੈ, ਤਾਂ ਬੂਟਿਆਂ ਨੂੰ ਜਿਹੜੀ ਹੈਗੀ ਹੈ ਇੱਕ ਸਟਰੈਂਥ ਦਿੰਦੀ ਹੈ, ਰਜਿਸਟੈਂਸ ਦਿੰਦੀ ਹੈ ਬਿਮਾਰੀਆਂ ਨਾਲ, ਕੀੜੇ ਮਕੌੜਿਆਂ ਨਾਲ ਲੜਨ ਵਾਸਤੇ। ਤਾਂ ਉਹਦੇ ਵਿੱਚ ਆਪਾਂ ਜਿਹੜੀ ਹੈਗੀ ਪੋਟਾਸ਼ ਤੱਤ ਦਾ ਬੜਾ ਮਹੱਤਵ ਹੈ ਝਾੜ ਜਿਹੜਾ ਹੈਗਾ ਵਧਾਉਣ ਦੇ ਵਿੱਚ, ਚੰਗਾ ਝਾੜ ਲੈਣ ਦੇ ਵਿੱਚ। ਜੇ ਆਪਾਂ ਨਹੀਂ ਪਿਛਲੇ ਸਾਲਾਂ 'ਚ ਪੋਟਾਸ਼ ਤੱਤ ਪਾਇਆ ਤਾਂ ਉਹ ਆਪਾਂ ਪਾ ਸਕਦੇ ਹਾਂ, ਜਾਂ ਮਿੱਟੀ ਪਰਖ ਆਧਾਰ 'ਤੇ ਪਾ ਸਕਦੇ ਹਾਂ। 15 ਤੋਂ 20 ਕਿਲੋ ਵੱਧ ਤੋਂ ਵੱਧ ਇੰਨੀ ਜਿਹੜੀ ਹੈਗੀ ਪੀਜੀ ਲੁਧਿਆਣਾ ਵੱਲੋਂ ਜਿਹੜੀ ਪੋਟਾਸ਼ ਤੱਤ ਦੀ ਸਿਫਾਰਿਸ਼ ਹੈ। ਜ਼ਿੰਕ ਸਲਫੇਟ ਕਿਸਾਨ ਵੀਰ ਕਹਿੰਦੇ ਕਿ ਇਹ ਆਪਾਂ ਜਿਹੜਾ ਹੈਗਾ ਬਿਜਾਈ ਤੋਂ ਪਹਿਲਾਂ ਪਾਉਣਾ। ਕਿਸਾਨ ਵੀਰ ਉਹ ਜਿਹੜਾ ਹੈਗਾ ਬਿਜਾਈ ਤੋਂ ਪਹਿਲਾਂ ਪਾਉਣ ਦੀ ਬਜਾਏ, ਕੱਦੂ ਵਾਲਾ ਝੋਨਾ ਮਤਲਬ ਲਵਾਈ ਤੋਂ ਪਹਿਲਾਂ ਪਾਉਣ ਦੀ ਬਜਾਏ, ਜੇ ਤੁਸੀਂ ਝੋਨਾ ਲਾ ਕੇ ਉਦੋਂ ਬਾਅਦ ਜਦੋਂ ਆਪਣਾ ਜਿਹੜਾ ਹੈਗਾ ਝੋਨਾ ਚੱਲ ਪੈਂਦਾ 10 ਦਿਨ ਦਾ, 15 ਦਿਨ ਦਾ, 20 ਦਿਨ ਦਾ ਹੋ ਜਾਂਦਾ, ਜੇ ਤੁਹਾਨੂੰ ਉਦੋਂ ਘਾਟ ਦੀ ਨਿਸ਼ਾਨੀ ਨਜ਼ਰ ਆਉਂਦੀ, ਉਦੋਂ ਤੁਸੀਂ ਜ਼ਿੰਕ ਸਲਫੇਟ ਜਿਹੜਾ ਫਸਲ ਦੇ ਵਿੱਚ ਪਾਓ। ਪਹਿਲਾਂ ਨਾ ਪਾਓ ਤਾਂ ਵਧੀਆ ਗੱਲ ਹੈ। ਫਿਰ ਆਪਾਂ ਜਿਹੜਾ ਹੈਗਾ ਕੱਦੂ ਕਰਕੇ ਜਦੋਂ ਝੋਨਾ ਲਾਉਣਾ ਹੈ ਤਾਂ ਉਹਦੇ ਵਿੱਚ ਜਿਹੜੀਆਂ ਪਨੀਰੀ ਹੈ ਕਿਸਾਨ ਵੀਰੋ, ਇਹ ਮੈਂ ਪਹਿਲਾਂ ਵੀ ਤੁਹਾਨੂੰ ਦੱਸ ਚੁੱਕਿਆ, ਪਨੀਰੀ ਜਿਹੜੀ ਜਿੰਨੀ ਆਪਾਂ ਛੋਟੀ ਲਾਵਾਂਗੇ, PR 126 ਅਤੇ PR 124 ਖਾਸ ਇਹਨਾਂ ਵਾਸਤੇ ਜਿਹੜੀਆਂ ਘੱਟ ਸਮਾਂ ਲੈਂਦੀਆਂ ਕਿਸਮਾਂ, ਇਹਨਾਂ ਦੀ ਪਨੀਰੀ 25 ਦਿਨ ਤੋਂ ਵੱਡੀ ਨਾ ਹੋਣ ਦਿਓ। 25-27 ਦਿਨ ਦੀ ਪਨੀਰੀ ਲਾ ਦਿਓ, ਵੱਧ ਤੋਂ ਵੱਧ 30 ਦਿਨ ਦੀ। ਦੂਜੀਆਂ ਜਿਹੜੀਆਂ ਵੱਧ ਸਮਾਂ ਲੈਣੀਆਂ ਕਿਸਮਾਂ, ਉਹਨਾਂ ਦੇ ਵਿੱਚ ਆਪਾਂ 35 ਦਿਨ ਤੱਕ ਦੀ ਪਨੀਰੀ ਲਾ ਸਕਦੇ ਹਾਂ ਵਧੀਆ ਫਟਾਰਾ ਲੈਣ ਵਾਸਤੇ। ਪਰ ਜੇ ਆਪਾਂ 30 ਦਿਨ ਦੀ, 32 ਦਿਨ ਦੀ, 28 ਦਿਨ ਦੀ ਜਿੰਨੀ ਛੋਟੀ ਪਨੀਰੀ ਲਾ ਸਕਦੇ ਹਾਂ ਤਾਂ ਉਨੀ ਵਧੀਆ ਜਿਹੜੀ ਹੈਗੀ ਗੱਲ ਹੈ। ਉਹਦੇ ਨਾਲ ਫਟਾਰਾ ਓਨਾ ਹੀ ਵੱਧ ਫੋਟ ਕਰਦੀ ਪਨੀਰੀ ਅਤੇ ਓਨਾ ਆਪਣਾ ਝਾੜ ਜਿਹੜਾ ਵਧੀਆ ਹੁੰਦਾ। ਅਤੇ ਯੂਰੀਆ ਦੀ ਜੇ ਆਪਾਂ ਗੱਲ ਕਰੀਏ ਤਾਂ ਨਾਈਟ੍ਰੋਜਨ ਤੱਤ ਜਿਹੜਾ ਮਿਲਦਾ ਯੂਰੀਆ ਦੇ ਵਿੱਚੋਂ, ਤਾਂ ਉਹ 90 ਕਿਲੋ ਪ੍ਰਤੀ ਏਕੜ ਦੀ ਸਿਫਾਰਿਸ਼ ਹੈ PAG ਲੁਧਿਆਣਾ ਵੱਲੋਂ। ਨਿੰਮਲਿਪਤ ਯੂਰੀਆ ਆਉਂਦੀ ਹੈ, ਸਲੋ ਰਿਲੀਜ਼ਿੰਗ ਹੈ, ਸੋ ਜ਼ਿਆਦਾ ਇਸ ਤੋਂ ਜ਼ਿਆਦਾ ਖਾਦ ਬਿਲਕੁਲ ਨਹੀਂ ਪਾਉਣੀ। ਅਤੇ ਜਿਹੜੀ ਆਪਾਂ ਜੇ ਕੋਈ ਹਰੀ ਖਾਦ ਕੀਤੀ ਹੈ, ਜੰਤਰ ਵਿੱਚ ਵਾਹਿਆ ਹੈਗਾ, ਜਾਂ ਰੂੜੀ ਦੀ ਖਾਦ ਪਾਈ, ਉਸ ਅਨੁਸਾਰ ਜਿਹੜੀ ਆਪਾਂ ਯੂਰੀਆ ਦੀ ਡੋਜ਼ ਘਟਾ ਸਕਦੇ ਹਾਂ ਇਹਦੇ ਵਿੱਚੋਂ ਵੀ। ਪਹਿਲੀ ਡੋਜ਼ ਆਪਾਂ ਜਿਹੜੀ 7-8 ਦਿਨ 'ਤੇ ਜਿਹੜੀ ਝੋਨੇ ਨੂੰ ਪਾਉਣੀ ਆ, ਪਹਿਲਾਂ ਪਾਉਣ ਦੀ ਜ਼ਰੂਰਤ ਨਹੀਂ ਹੈਗੀ। ਝੋਨਾ ਲਾਉਣ ਤੋਂ 7ਵੇਂ-8ਵੇਂ ਦਿਨ ਤੱਕ ਜਿਹੜੀ ਆਪਾਂ ਯੂਰੀਆ ਖਾਦ ਆ ਉਹ ਪਾ ਸਕਦੇ ਹਾਂ। ਉਦੋਂ ਜਿਹੜਾ ਖੇਤ ਦੇ ਵਿੱਚ ਆਪਾਂ 15 ਦਿਨ ਪਹਿਲਾਂ ਪਾਣੀ ਖੜ੍ਹਾ ਰੱਖਣਾ ਹੁੰਦਾ ਕੱਦੂ ਵਾਲੇ ਝੋਨੇ ਦੇ ਵਿੱਚ, ਤਾਂ ਕਿ ਜਿਹੜੇ ਨਦੀਨ ਨਾ ਹੋਣ। ਉਦੋਂ ਆਪਾਂ ਜਿਹੜਾ ਹੈਗਾ ਇਹ ਮਜਬੂਰੀ ਹੁੰਦੀ ਆ। ਸੋ ਆਪਾਂ ਜਿਹੜੀ ਸ਼ਾਮ ਨੂੰ ਜਿਹੜੀ ਖਾਦ ਪਾਉਣੀ, ਤਾਂ ਕਿ ਜਿਹੜਾ ਹਾਈ ਟੈਂਪਰੇਚਰ ਨਾਲ ਯੂਰੀਆ ਦੇ ਲੋਸ ਨਾ ਹੋਣ। ਇਹ ਤੋਂ ਬਾਅਦ ਦੂਜੀ ਡੋਜ਼ ਆਪਾਂ 21-22 ਦਿਨ ਤੱਕ, 23 ਦਿਨ ਤੱਕ, 25 ਦਿਨ ਤੱਕ ਵੀ ਪਾ ਸਕਦੇ ਹਾਂ। ਅਤੇ ਤੀਜੀ ਡੋਜ਼ ਆ ਜਿਹੜੀ ਯੂਰੀਆ ਦੀ, ਮਤਲਬ 90 ਕਿਲੋ ਨੂੰ 3 ਹਿੱਸਿਆਂ 'ਚ ਵੰਡ ਕੇ 30-30 ਕਿਲੋ ਯੂਰੀਆ, 35-35 ਕਿਲੋ ਯੂਰੀਆ, ਜਿਹੜੀ ਦੂਜੀ ਡੋਜ਼ ਆ 20 ਤੋਂ 25 ਦਿਨ 'ਤੇ। ਅਤੇ ਤੀਜੀ ਆਪਾਂ ਜਿਹੜੀ ਹੈਗੀ PR 126 ਦੇ ਵਿੱਚ 35 ਦਿਨ 'ਤੇ, ਜਾਂ PR 124 ਦੇ ਵਿੱਚ 35 ਦਿਨ 'ਤੇ, ਅਤੇ ਦੂਜੀਆਂ ਕਿਸਮਾਂ ਦੇ ਵਿੱਚ 42 ਤੋਂ 45 ਦਿਨ 'ਤੇ ਜਿਹੜੀ ਆਖਰੀ ਕਿਸ਼ਤ ਯੂਰੀਆ ਦੀ ਪਾ ਦੇਣੀ ਆ। ਅਤੇ ਉਦੋਂ ਬਾਅਦ ਜਿਹੜੀ ਜ਼ਿੰਕ ਦੀ ਸਪਰੇਅ ਹੈ ਜਾਂ ਲੋਹਾ ਤੱਤ ਦੀਆਂ ਸਪਰੇਆਂ, ਉਹ ਮੌਕੇ 'ਤੇ ਜਿਵੇਂ ਜਿਵੇਂ ਘਾਟ ਜਾਂ ਕੋਈ ਹੋਰ ਸਮੱਸਿਆ ਖੇਤਾਂ 'ਚ ਨਜ਼ਰ ਆਊਗੀ, ਉਹਦੇ ਅਨੁਸਾਰ ਜਿਹੜੇ ਹੈਗੇ ਤੁਹਾਡੇ ਨਾਲ ਜਿਹੜੀ ਜਾਣਕਾਰੀ ਵੀਡੀਓਜ਼ ਰਾਹੀਂ ਜਿਹੜੀ ਸਾਂਝੀ ਕਰਦੇ ਰਹਾਂਗੇ। ਆਪਾਂ ਲੋਹਾ ਤੱਤ ਦੀ ਹੁਣ ਸਪਰੇਅ ਕਰਨੀ। ਲੋਹਾ ਤੱਤ ਆ ਜਿਹੜਾ ਜ਼ਮੀਨ ਦੇ ਵਿੱਚ, ਹਾਂ ਜਿਹੜੀ ਇੱਕ ਗੱਲ ਰਹਿ ਗਈ, ਕਈ ਕਿਸਾਨ ਵੀਰ ਪੁੱਛਦੇ ਥੱਲੇ ਲੋਹਾ ਤੱਤ ਪਾਉਣਾ। ਲੋਹਾ ਤੱਤ ਕਿਸਾਨ ਵੀਰੋ ਜ਼ਮੀਨ ਦੇ ਰਾਹੀਂ ਇਹਦੀ ਪੂਰਤੀ ਅਸਰਦਾਇਕ ਨਹੀਂ ਗੀ, ਬਿਲਕੁਲ ਵੀ ਲੋਹਾ ਤੱਤ ਥੱਲੇ ਨਹੀਂ ਪਾਉਣਾ। ਫੈਰਸ ਸਲਫੇਟ ਉੱਪਰ ਸਪਰੇਆਂ ਹੀ ਕਰਨੀਆਂ, ਸਪਰੇਆਂ ਹੀ ਇਹਦੀਆਂ ਅਸਰਦਾਇਕ ਹੈ। ਜ਼ਿੰਕ ਤੱਤ ਤੁਸੀਂ ਥੱਲੇ ਵੀ ਪਾ ਸਕਦੇ ਆ ਅਤੇ ਉੱਪਰ ਸਪਰੇਅ ਵੀ ਕਰ ਸਕਦੇ, ਪਰ ਲੋਹਾ ਤੱਤ ਬਿਲਕੁਲ ਵੀ ਜ਼ਮੀਨ ਦੇ ਵਿੱਚ ਨਹੀਂ ਪਾਉਣਾ, ਕੋਈ ਫਾਇਦਾ ਨਹੀਂ ਹੁੰਦਾ ਗਾ। ਸੋ ਇਹਦੇ ਉੱਤੇ ਸੋ ਜਿਹੜਾ ਫੈਰਸ ਸਲਫੇਟ ਆ, ਲੋਹਾ ਤੱਤ ਹੈ, ਜ਼ਮੀਨ ਦੇ ਵਿੱਚ ਆਪਾਂ ਪਾ ਕੇ ਆਪਣੇ ਪੈਸੇ ਖਰਾਬ ਨਹੀਂ ਕਰਨੇ, ਕਿਉਂਕਿ ਇਹਦਾ ਬਿਲਕੁਲ ਫਾਇਦਾ ਨਹੀਂ ਹੁੰਦਾ। ਉੱਪਰ ਆਪਾਂ ਜਿਹੜੀਆਂ ਸਪਰੇਆਂ ਇਹਦੀਆਂ 2-3 ਜਦੋਂ ਵੀ ਹੈ, ਜਿੰਨਾ ਕੁ ਆਪਾਂ ਨੂੰ ਲੋੜ ਮਹਿਸੂਸ ਹੁੰਦੀ ਹੈ, ਉਹ ਆਪਾਂ ਸਮੇਂ-ਸਮੇਂ 'ਤੇ ਜਿਹੜੀ ਤੁਹਾਡੇ ਨਾਲ ਜਾਣਕਾਰੀ ਪਹਿਲਾਂ ਵੀ ਸ਼ੇਅਰ ਕਰਦੇ ਰਹਿੰਦੇ ਹਾਂ ਕਿ ਜ਼ਿੰਕ ਸਲਫੇਟ ਆ ਜਿਹੜਾ 21% ਆਪਾਂ ਕਿੰਨੀ ਡੋਜ਼ ਪਾਉਣੀ ਹੈ, ਅਤੇ ਕਿੰਨੀ ਮਤਲਬ ਸਪਰੇਅ ਆਪਾਂ ਕਦੋਂ ਕਰਨੀ ਹੈ, ਕਿਸ ਤਰ੍ਹਾਂ ਉਹਦੀ ਸਪਰੇਅ ਕਰਨੀ, ਕਿਉਂਕਿ ਜ਼ਿੰਕ, ਲੋਹਾ ਤੱਤ ਜਾਂ ਕਲੀ ਦਾ ਪਾਣੀ ਜਾਂ ਉਹਦੇ ਵਿੱਚ ਜਿਹੜਾ ਹੈਗਾ ਆਪਾਂ ਯੂਰੀਆ ਪਾ ਕੇ ਜਿਹੜੀ ਸਪਰੇਅ, ਉਹ ਅੱਗੇ ਆਉਣ ਵਾਲੀਆਂ ਵੀਡੀਓ ਦੇ ਵਿੱਚ ਤੁਹਾਡੇ ਨਾਲ ਜਿਹੜੀ ਜਾਣਕਾਰੀ ਸਮੇਂ-ਸਮੇਂ 'ਤੇ ਸਾਂਝੀ ਕਰਦੇ ਰਹਾਂਗੇ। ਹੋਰ ਤੁਹਾਡਾ ਸਵਾਲ ਹੋਵੇ, ਸੁਝਾਅ ਹੋਵੇ, ਜ਼ਰੂਰ ਦੱਸਣਾ। ਵੀਡੀਓ ਵੱਧ ਤੋਂ ਵੱਧ ਕਿਸਾਨ ਵੀਰਾਂ ਨਾਲ ਸ਼ੇਅਰ ਜ਼ਰੂਰ ਕਰ ਦਿਓ। ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ।